So students, here in this session we are going to discuss what are bioreactors and what is downstream processing, right? Beta, this is the last topic of this chapter, biotechnology, principles and processes. ਅਸੀਂ ਇਸ ਪੂਰੇ ਚੈਪਟਰ ਦੇ ਵਿੱਚ ਕੀ ਡਿਸਕਸ ਕੀਤਾ? ਹਾਊ ਰੀਕੰਬੀਨੈਂਟ ਡੀਐਨਏ ਟੈਕਨੋਲੋਜੀ ਵਰਕਸ, ਹਾਊ ਰੀਕੰਬੀਨੈਂਟ ਡੀਐਨਏ ਆਰ ਫਾਰਮਡ, ਰਾਈਟ? ਸੋ ਆਪਾਂ ਡੋਨਰ ਸੈੱਲ ਲਿਆ, ਡੋਨਰ ਸੈੱਲ ਦਾ ਡੀਐਨਏ ਲਿਆ, ਦੈਨ ਵੀ ਹੈਵ ਬੈਕਟੀਰੀਅਲ ਸੈੱਲ ਜਿਹਦਾ ਆਪਾਂ ਪਲਾਜ਼ਮਿਡ ਨੂੰ ਐਜ਼ ਅ ਵੈਕਟਰ ਯੂਜ਼ ਕਰਨਾ। ਡੋਨਰ ਦੇ ਡੀਐਨਏ ਨੂੰ ਅਸੀਂ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਐਂਜ਼ਾਈਮ ਨਾਲ ਕੱਟ ਕੀਤਾ, ਜੋ ਸਾਡੀ ਡਿਜ਼ਾਇਰਡ ਫਰੈਗਮੈਂਟ ਸੀ ਅਸੀਂ ਉਹਨੂੰ ਸੈਪਰੇਟ ਆਊਟ ਕਰ ਲਿਆ ਬਾਈ ਜੈਲ ਇਲੈਕਟ੍ਰੋਫੋਰੈਸਿਸ। ਸੋ ਡਿਜ਼ਾਇਰ ਡੀਐਨਏ ਫਰੈਗਮੈਂਟ ਤੇ ਵੈਕਟਰ ਅਸੀਂ ਉਹਦੇ ਲਈ ਸੇਮ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਐਂਜ਼ਾਈਮ ਯੂਜ਼ ਕੀਤੀ, ਸਟਿਕੀ ਐਂਡਸ ਡਿਵੈਲਪ ਹੋ ਗਏ। ਫੋਰਨ ਡੀਐਨਏ ਜਾਂ ਵਿਦ ਜੀਨ ਆਫ ਇੰਟਰਸਟ ਐਂਡ ਵੈਕਟਰ ਦੋਨੋਂ ਜਦੋਂ ਜੁੜਨਗੇ ਰੀਕੰਬੀਨੈਂਟ ਡੀਐਨਏ ਬਣੇਗਾ ਵਿਦ ਦ ਹੈਲਪ ਆਫ ਐਂਜ਼ਾਈਮ ਡੀਐਨਏ ਲਾਈਗੇਜ਼। ਰੀਕੰਬੀਨੈਂਟ ਡੀਐਨਏ ਨੂੰ ਅਸੀਂ ਉਸੀ ਹੋਸਟ ਵਿੱਚ ਇੰਟਰੋਡਿਊਸ ਕਰਾਵਾਂਗੇ ਜਿਹਦਾ ਅਸੀਂ ਐਜ਼ ਅ ਪਲਾਜ਼ਮਿਡ ਐਜ਼ ਅ ਵੈਕਟਰ ਲਿਆ ਸੀ, ਕਿਉਂਕਿ ਹੁਣ ਇਹ ਬੈਕਟੀਰੀਅਲ ਸੈੱਲ ਉਹ ਜਿਹ 'ਚ ਪਲਾਜ਼ਮਿਡ ਨਹੀਂ ਹੈ, ਅਸੀਂ ਨਿਕਾਲ ਜੋ ਲਿਆ ਸੀ ਉਹਦੇ ਵਿੱਚ ਹੀ ਰੀਕੰਬੀਨੈਂਟ ਡੀਐਨਏ ਇੰਟਰੋਡਿਊਸ ਕਰਾ ਦਿਓ। ਉੱਥੇ ਜਾ ਕੇ ਉਸ ਰੀਕੰਬੀਨੈਂਟ ਡੀਐਨਏ ਦੀ ਮਲਟੀਪਲ ਕਾਪੀਜ਼ ਬਣਨਗੀਆਂ, ਮਲਟੀਪਲ ਕਾਪੀਜ਼ ਬਣਨਗੀਆਂ ਤਾਂ ਉਹ ਡੀਐਨਏ ਆਪਣੇ ਆਪ ਨੂੰ ਐਕਸਪ੍ਰੈਸ ਕਰਾਏਗਾ, ਪ੍ਰੋਡਕਟ ਬਣੇਗਾ। ਪ੍ਰੋਡਕਟ ਨੂੰ ਅਸੀਂ ਐਕਸਟਰੈਕਟ ਕਰ ਲਾਂਗੇ ਬਾਈ ਡਾਊਨਸਟਰੀਮ ਪ੍ਰੋਸੈਸਿਸ। ਅੱਜ ਦਾ ਟੌਪਿਕ ਸਾਡਾ ਇਹੀ ਹੈ, ਵਾਟ ਇਜ਼ ਡਾਊਨਸਟਰੀਮਿੰਗ। ਐਂਡ ਅਗਰ ਅਸੀਂ ਜਿਹੜਾ ਇੱਥੇ ਪ੍ਰੋਡਕਟ ਲੈਬ 'ਚ ਬਣਾ ਰਹੇ ਹੋ ਤਾਂ ਸਮੋਲ ਕੁਆਂਟਿਟੀ 'ਚ ਹੁੰਦਾ, ਅਗਰ ਉਹੀ ਪ੍ਰੋਡਕਟ ਅਸੀਂ ਲਾਰਜ ਕੁਆਂਟਿਟੀ 'ਚ ਬਣਾਉਣਾ ਹੈ ਤਾਂ ਸਾਨੂੰ ਇਹ ਸਾਰਾ ਪ੍ਰੋਸੈਸ ਕਿਹਦੇ ਵਿੱਚ ਚਲਾਉਣਾ ਪਏਗਾ? ਬਾਇਓਰੀਐਕਟਰਸ ਦੇ ਵਿੱਚ। ਸੋ ਅੱਜ ਦਾ ਸਾਡਾ ਟੌਪਿਕ ਹੈ ਬਾਇਓਰੀਐਕਟਰਸ। ਸੋ ਬਾਇਓਰੀਐਕਟਰਸ ਬੇਟਾ ਇੱਕ ਤਰ੍ਹਾਂ ਦੇ ਵੈਸਲਸ ਹੁੰਦੇ ਨੇ ਜਿਹਦੇ ਵਿੱਚ ਅਸੀਂ ਰॉ ਮਟੀਰੀਅਲਸ ਐਂਟਰ ਕਰਵਾਉਂਦੇ ਹਾਂ ਤਾਂ ਉੱਥੇ ਸਪੈਸੀਫਿਕ ਪ੍ਰੋਡਕਟਸ ਫਾਰਮ ਹੁੰਦੇ ਨੇ ਵਿਦ ਦ ਹੈਲਪ ਆਫ ਮਾਈਕਰੋਬਸ, ਪਲਾਂਟ ਔਰ ਐਨੀਮਲ ਸੈਲਸ, ਰਾਈਟ? ਸੋ ਹੁੰਦਾ ਕੀ ਹੈ, ਲਾਰਜ ਸਕੇਲ ਪ੍ਰੋਡਕਸ਼ਨ ਲਈ ਬਾਇਓਰੀਐਕਟਰ ਸਿਊਟੇਬਲ ਕਿਉਂ ਹੁੰਦੇ? ਕਿਉਂਕਿ ਬਾਇਓਰੀਐਕਟਰ ਦੇ ਵਿੱਚ ਸਭ ਕੁਝ ਕੰਟਰੋਲਡ ਕੰਡੀਸ਼ਨ 'ਚ ਚੱਲਦਾ ਹੈ। ਟੈਂਪਰੇਚਰ ਵੀ ਕੰਟਰੋਲ ਕੀਤਾ ਜਾਂਦਾ ਹੈ, ਪੀਐਚ ਵੀ, ਜੋ ਤੁਸੀਂ ਐਡ ਕਰਨਾ ਸਬਸਟ੍ਰੇਟ ਉਹ ਵੀ, ਵਾਈਟਾਮਿਨਸ, ਆਕਸੀਜਨ, ਸਾਲਟ ਐਂਡ ਸੋ ਔਨ, ਐਵਰੀਥਿੰਗ ਇਜ਼ ਡਨ ਅੰਡਰ ਕੰਟਰੋਲਡ ਕੰਡੀਸ਼ਨ, ਰਾਈਟ? ਸੋ ਲਾਰਜ ਸਕੇਲ ਪ੍ਰੋਡਕਸ਼ਨ ਆਫ ਪ੍ਰੋਡਕਟ ਕਰਨ ਲਈ, ਲਾਰਜ ਸਕੇਲ ਪ੍ਰੋਡਕਸ਼ਨ ਦੇ ਲਈ ਅਸੀਂ ਬਾਇਓਰੀਐਕਟਰਸ ਯੂਜ਼ ਕਰਦੇ। ਦੇਅਰ ਆਰ ਟੂ ਮੇਨ ਟਾਈਪ ਆਫ ਬਾਇਓਰੀਐਕਟਰ, ਸਿੰਪਲ ਸਟਰਡ ਟੈਂਕ ਬਾਇਓਰੀਐਕਟਰ ਐਂਡ ਸਪਾਸਡ ਸਟਰਡ ਟੈਂਕ ਬਾਇਓਰੀਐਕਟਰ। ਠੀਕ ਹੈ, ਕੀ ਫਰਕ ਹੈ ਦੋਨਾਂ ਦੇ ਸਟਰਕਚਰ ਵਿੱਚ ਜਾਂ ਵਟ ਐਵਰ ਥਿੰਗਸ ਦੇ ਡਿਫਰ ਔਰ ਦੇ ਡਿਸਟਿੰਗੁਇਸ਼ ਬੋਥ ਆਫ ਦੈਮ, ਅਸੀਂ ਉਹ ਡਿਸਕਸ ਕਰਾਂਗੇ। ਠੀਕ ਹੈ, ਸੋ ਵਟ ਐਕਚੁਅਲੀ ਇਜ਼ ਦ bioreactor and what are the various parts of a bioreactor and how bioreactor works ਅਸੀਂ ਉਹ ਦੇਖਾਂਗੇ ਹੁਣ। So these are the diagrams of two types of bioreactor. One by one we will discuss its structure and then its functioning, right? So beta, this tank is made up of steel. So steel ਦਾ ਇੱਕ ਟੈਂਕ ਹੁੰਦਾ ਹੈ, right? ਇੱਥੇ ਬੇਟਾ ਇੱਕ ਮੋਟਰ ਲੱਗੀ ਹੈ, ਮੋਟਰ ਦੇ ਨੀਚੇ ਸ਼ੈਫਟ ਹੈ। ਜਦੋਂ ਮੋਟਰ ਸ਼ੈਫਟ ਨੂੰ ਰੋਟੇਟ ਕਰਵਾਉਂਦੀ ਹੈ ਤਾਂ ਬਲੇਡਸ ਨਾਲ ਰੋਟੇਟ ਕਰਦੇ ਨੇ। ਬੇਟਾ ਜਿਹੜੇ ਨੀਚੇ ਵਾਲੇ ਬਲੇਡਸ ਨੇ ਦੇ ਹੈਵ ਡਿਫਰੈਂਟ ਫੰਕਸ਼ਨ ਐਂਡ ਜਿਹੜਾ ਉੱਪਰ ਵਾਲਾ ਬਲੇਡ ਹੈ ਦੇ ਹੈਵ ਡਿਫਰੈਂਟ ਫੰਕਸ਼ਨ। ਆਪਾਂ ਬਹੁਤ ਜਲਦੀ ਇਹ ਚੀਜ਼ ਡਿਸਕਸ ਕਰਾਂਗੇ, ਰਾਈਟ? ਸੋ ਇੱਥੇ ਇੱਕ ਪੀਐਚ ਕੰਟਰੋਲ ਮੀਟਰ ਹੋਏਗਾ ਬੇਟਾ ਜਿਹੜਾ ਪੀਐਚ ਨੂੰ ਕੰਟਰੋਲ ਕਰੇਗਾ। ਇੱਥੇ ਬੇਟਾ ਥਰਮੋਮੀਟਰ ਹੁੰਦਾ, ਮੈਂਸ਼ਨ ਨਹੀਂ ਕੀਤਾ, ਲੇਕਿਨ ਟੈਂਪਰੇਚਰ ਚੈੱਕ ਹੁੰਦਾ ਜਾਂਦਾ ਅਤੇ ਇੱਥੇ ਈਵਨ ਟੈਂਪਰੇਚਰ ਕੰਟਰੋਲ ਵੀ ਹੁੰਦਾ ਇਹਦੇ ਵਿੱਚ, ਰਾਈਟ? ਪੀਐਚ ਵੀ ਕੰਟਰੋਲ ਹੋਏਗੀ, ਟੈਂਪਰੇਚਰ ਵੀ ਕੰਟਰੋਲ ਹੋਏਗਾ। ਦਿਸ ਇਜ਼ ਦ ਇਨਲੈਟ ਫॉर ਸਟੀਮ। ਠੀਕ ਹੈ, ਸਟੀਮ ਇਜ਼ ਮੇਨਲੀ ਫॉर ਸਟੈਰਿਲਾਈਜੇਸ਼ਨ, ਕਿ ਅੰਦਰ ਕੋਈ ਅਨਵਾਂਟਿਡ ਬੈਕਟੀਰੀਆ ਜਾਂ ਅਨਵਾਂਟਿਡ ਮਾਈਕਰੋ ਆਰਗੈਨਿਜ਼ਮ ਗਰੋ ਨਾ ਕਰੇ, ਦੈਟ ਇਜ਼ ਵਾਈ ਸਟੀਮ ਇੱਥੋਂ ਐਡ ਕੀਤੀ ਜਾਂਦੀ ਹੈ। ਠੀਕ ਹੈ ਜੀ, ਫਿਰ ਉਸ ਤੋਂ ਬਾਅਦ ਇੱਥੋਂ ਸਟੇਰਾਈਲ ਏਅਰ ਪਾਸ ਕੀਤੀ ਜਾਂਦੀ ਹੈ। ਦੱਸਾਂਗੀ ਵਾਟ ਇਜ਼ ਦ ਫੰਕਸ਼ਨ ਆਫ ਪਾਸਿੰਗ ਦਿਸ ਸਟੇਰਾਈਲ ਏਅਰ ਐਂਡ ਜੋ ਵੀ ਪ੍ਰੋਡਕਟ ਦੈਨ ਫਾਰਮ ਹੋ ਜਾਏਗਾ ਉਹ ਨੀਚੇ ਹੁੰਦੀ ਦਿਸ ਆਊਟਲੈਟ ਐਗਜ਼ਿਟ ਤੋਂ ਬਾਹਰ ਆ ਜਾਏਗਾ। ਠੀਕ ਹੈ ਜੀ, ਔਰ ਇੱਕ ਚੀਜ਼ ਹੋਰ ਹੁੰਦੀ ਹੈ ਬੇਟਾ, ਅਗਰ ਪ੍ਰੋਸੈਸ ਚੱਲਦੇ ਚੱਲਦੇ ਟੈਂਪਰੇਚਰ ਰਾਈਜ਼ ਕਰ ਜਾਂਦਾ ਤਾਂ ਇਹਦੇ ਬਾਹਰ ਇੱਕ ਬੇਟਾ ਇੱਕ ਜੈਕਟ ਹੁੰਦੀ ਹੈ ਜਿਹਦੇ ਵਿੱਚ ਵਾਟਰ ਹੁੰਦਾ, ਤਾਂ ਉਹ ਹੌਟ ਵਾਟਰ ਪਾਸ ਕਰਾਂਗੇ ਤਾਂ ਟੈਂਪਰੇਚਰ ਜੇ ਘੱਟ ਹੈ ਤਾਂ ਵੱਧ ਜਾਏਗਾ, ਜੇ ਟੈਂਪਰੇਚਰ ਜ਼ਿਆਦਾ ਹੈ ਤਾਂ ਘਟਾਉਣ ਲਈ ਕੋਲਡ ਵਾਟਰ ਪਾਸ ਕੀਤਾ ਜਾਂਦਾ ਸੋ ਦੈਟ ਟੈਂਪਰੇਚਰ ਜਿਹੜਾ ਉਹ ਕੰਟਰੋਲਡ ਰਹੇ। ਕਹਿਣ ਦਾ ਮਤਲਬ ਹੈ ਕਿ ਇਹਦੇ ਅੰਦਰ ਕੰਟਰੋਲਡ ਟੈਂਪਰੇਚਰ ਪੀਐਚ ਕੰਡੀਸ਼ਨਸ ਹੁੰਦੀਆਂ ਤਾਂ ਹੀ ਪ੍ਰੋਡਕਟ ਜਿਹੜਾ ਅਸੀਂ ਲਾਰਜ ਸਕੇਲ 'ਤੇ
बनाने हैं, राइट। सो वंस द सैटअप इज़ कंप्लीट और सैटअप इज़ डन, एक बारी सैटअप हो गया बेटा, ਦੈਨ ਹੁੰਦਾ ਕੀ ਹੈ ਇਸ ਪ੍ਰੋਸੈਸ ਦੇ ਵਿੱਚ ਮੇਨਲੀ ਜਦੋਂ ਅਸੀਂ ਇੱਕ ਹੋਰ ਚੀਜ਼ ਇੱਥੇ ਯਾਦ ਰੱਖਣੀ ਹੈ, ਇਸ ਬਾਇਓ ਰਿਐਕਟਰ ਦਾ ਅਸੀਂ 3/4 ਪਾਰਟ, ਪੂਰਾ ਨਹੀਂ ਭਰਨਾ, 3/4 ਪਾਰਟ ਅਸੀਂ ਐਡ ਕਰਦੇ ਹਾਂ ਇਹਦੇ ਵਿੱਚ। ਕਾਹਦੀ ਐਡ ਕਰਾਂਗੇ? ਮੀਡੀਅਮ ਦੀ, ਠੀਕ ਹੈ। ਸਾਨੂੰ ਸਿਊਟੇਬਲ ਮੀਡੀਅਮ ਦੇਣਾ ਪੈਣਾ, ਤਾਂ ਹੀ ਤਾਂ ਕੋਈ ਵੀ ਬੈਕਟੀਰੀਆ ਜਾਂ ਆਰਗੇਨਿਜ਼ਮ ਅੰਦਰ ਵਰਕ ਕਰੇਗਾ ਆਪਣਾ। ਸੋ 3/4 ਬਾਇਓ ਰਿਐਕਟਰ ਦਾ ਜਿਹੜਾ ਸਟੀਲ ਟੈਂਕ ਹੈ ਉਹਨੂੰ ਤੁਸੀਂ ਮੀਡੀਅਮ ਨਾਲ ਭਰ ਦੇਣਾ। ਉਸ ਤੋਂ ਬਾਅਦ ਅਸੀਂ ਜਦੋਂ ਸਾਰਾ ਸੈਟਅਪ ਕੰਪਲੀਟ ਹੋ ਗਿਆ, ਅਸੀਂ ਇਹਦੇ 'ਚ ਇਨੋਕੂਲਮ ਐਡ ਕਰਾਂਗੇ। ਬੇਟਾ ਇਨੋਕੂਲਮ ਕੀ ਹੁੰਦਾ? ਜਿਵੇਂ ਸਪੋਜ਼ ਅਸੀਂ ਮਿਲਕ ਤੋਂ ਕਰਡ ਬਣਾਉਣੀ ਹੈ, ਸੋ ਅਸੀਂ ਮਿਲਕ ਨੂੰ ਲਿਟਲ ਵਾਰਮ ਅਪ ਕਰਦੇ ਹਾਂ, ਤਾਂ ਫਿਰ ਉਹਦੇ ਵਿੱਚ ਥੋੜ੍ਹਾ ਜਿਹਾ ਕਰਡ ਐਡ ਕਰ ਦਿੰਦੇ ਹਾਂ। ਕਰਡ ਐਡ ਕਰਨ ਦਾ ਮਤਲਬ ਅਸੀਂ ਉਹਦੇ 'ਚ ਲੈਕਟੋਬੈਸਿਲਸ ਬੈਕਟੀਰੀਆ ਲੈਬਸ ਐਡ ਕਰਦੇ ਹਾਂ, ਲੈਕਟੋਬੈਸਿਲਸ, ਸੋ ਦੈਟ ਉਹ ਲੈਕਟੋਬੈਸਿਲਸ ਮਿਲਕ 'ਤੇ ਐਕਟ ਕਰਕੇ ਮਿਲਕ ਤੋਂ ਕਰਡ ਬਣਾ ਦੇਵੇ, ਰਾਈਟ। ਸੋ ਇੱਥੇ ਅਸੀਂ ਇਨੋਕੂਲਮ ਜਿਹੜਾ ਐਡ ਕੀਤਾ ਉਹ ਕੀ ਸੀ? ਜਿਸ ਹੋਸਟ ਦੇ ਵਿੱਚ ਤੁਸੀਂ ਰੀਕੋਂਬੀਨੈਂਟ DNA ਐਂਟਰ ਕਰਵਾਇਆ, ਸਪੋਜ਼ ਐਸਕਰਿਸ਼ੀਆ ਕੋਲਾਈ ਲੈ ਲਿਆ, ਜਿਹਦੇ ਵਿੱਚ ਰੀਕੋਂਬੀਨੈਂਟ DNA ਐਂਟਰ ਕਰ ਚੁੱਕਾ ਹੈ, ਟਰਾਂਸਫਾਰਮੈਂਟ ਹੈ ਉਹ ਇਨੋਕੂਲਮ ਤੁਸੀਂ ਇਸ ਮੀਡੀਅਮ ਦੇ ਵਿੱਚ ਐਡ ਕਰ ਦਿੱਤਾ। ਸੋ ਬੇਟਾ ਪ੍ਰੋਸੈਸ ਚੱਲੇਗਾ, ਠੀਕ ਹੈ। ਉਹ ਜੀਨ ਜਿਹੜਾ ਹੈ ਫੋਰਨ ਜੀਨ ਜਿਹੜਾ ਈ ਕੋਲਾਈ ਦੇ ਵਿੱਚ ਐਡ ਕਰਾਇਆ, ਉਹ ਆਪਣੇ ਆਪ ਨੂੰ ਐਕਸਪ੍ਰੈਸ ਕਰਾਏਗਾ, ਪ੍ਰੋਡਕਟਸ ਬਣਨਗੇ, ਪ੍ਰੋਡਕਟਸ ਨੂੰ ਅਸੀਂ ਲੇਟਰ ਔਨ ਬਾਹਰ ਨਿਕਾਲ ਲਾਂਗੇ। ਬਟ ਬਲੇਡਸ ਦਾ ਜਿਹੜਾ ਫੰਕਸ਼ਨ ਉਹ ਕੀ ਸੀ? ਜਦੋਂ ਇੱਥੋਂ ਨੀਚੇ ਬੇਟਾ ਸਟੇਰਾਈਲ ਏਅਰ ਪਾਸ ਹੁੰਦੀ ਹੈ, ਤਾਂ ਜਿਹੜੇ ਲੋਅਰ ਵਾਲੇ ਬਲੇਡਸ ਹੌਲੀ ਹੌਲੀ ਕੀ ਹੈ ਨਾ, ਜਦੋਂ ਮੋਟਰ ਬਲੇਡਸ ਨੂੰ ਮੂਵ ਕਰਾਉਂਦੀ ਹੈ, ਸੋ ਮੂਵ ਕਰਾਉਣ ਦੇ ਨਾਲ ਸਟੇਰਾਈਲ ਏਅਰ ਉਹਦੇ ਨਾਲ ਨਾਲ ਮੂਵ ਕਰਦੀ ਹੈ, ਜਿਹਦੇ ਕਰਕੇ ਅੰਦਰਲਾ ਜਿਹੜਾ ਚੀਜ਼ਾਂ ਨੇ ਉਹ ਮਿਕਸਅਪ ਹੁੰਦੀਆਂ ਨੇ, ਠੀਕ ਹੈ। ਸੋ ਸਾਰਾ ਜਿਹੜਾ ਮੀਡੀਅਮ ਹੈ ਵਿੱਚ ਟਰਾਂਸਫਾਰਮੈਂਟਸ ਨੇ ਈਕੋਲਾਈ ਹੈ, ਉਹ ਮਿਕਸਿੰਗ ਅਪ ਕਰਨ ਲਈ ਦੀਜ਼ ਲੋਅਰ ਬਲੇਡਸ ਆਰ ਫॉर। ਅਤੇ ਉਹ ਜਦੋਂ ਮਿਕਸਿੰਗ ਹੁੰਦੀ ਹੈ ਬੇਟਾ, ਤਾਂ ਉੱਪਰ ਫਰੋਦ ਬਣ ਜਾਂਦੀ, ਫੋਮ ਝੱਗ ਬਣ ਜਾਂਦੀ ਹੈ, ਸੋ ਉਹਨੂੰ ਬ੍ਰੇਕ ਕਰਨ ਲਈ ਉੱਪਰਲਾ ਬਲੇਡ ਯੂਜ਼ ਕੀਤਾ ਜਾਂਦਾ ਹੈ, ਠੀਕ ਹੈ ਬੇਟਾ। ਸੋ ਫਾਈਨਲੀ ਪ੍ਰੋਸੈਸ ਚੱਲਦਾ ਹੈ, ਅਤੇ ਜਿੰਨੇ ਟਾਈਮ ਤੱਕ ਸਾਨੂੰ ਲੱਗਦਾ ਹੈ ਕਿ ਸਿਊਟੇਬਲੀ ਪ੍ਰੋਡਕਟਸ ਬਣ ਗਏ ਹੋਣਗੇ, ਅਸੀਂ ਇਹਨੂੰ ਸਟੋਪ ਕਰਦੇ ਹਾਂ, ਇਹਦੇ 'ਚੋਂ ਪ੍ਰੋਡਕਟ ਜਿਹੜੇ ਉਹ ਰਿਮੂਵ ਕਰ ਲੈਂਦੇ ਹਾਂ, ਠੀਕ ਹੈ। ਓਕੇ, ਹੁੰਦਾ ਕੀ ਬੇਟਾ, ਜਿਹੜਾ ਸਪੈਰਿਸ਼ਡ ਸਟਰ ਟੈਂਕ ਬਾਇਓ ਰਿਐਕਟਰ ਹੈ, ਇਹਦੇ 'ਚ ਸਿਰਫ ਇੰਨਾ ਫਰਕ ਹੈ ਕਿ ਇਹਦੇ ਵਿੱਚ ਜਿਹੜੀ ਆਪਾਂ ਮੋਟਰ ਲਗਾਈ ਸੀ ਜਿਹਦੇ ਨਾਲ ਬਲੇਡਸ ਲੱਗੇ ਸੀ ਮੂਵ ਕਰ ਰਹੇ ਸੀ, ਉਹ ਇੱਥੇ ਨਹੀਂ ਹੈ। ਇੱਥੇ ਬਸ ਬੇਟਾ ਇੱਕ ਪਾਈਪ ਐਡ ਕਰਦੇ ਹਾਂ ਅਸੀਂ ਅੰਦਰ, ਉਹ ਪਾਈਪ ਜਿਹੜੀ ਹੈ ਅੰਦਰ ਜਾ ਕੇ ਲੂਪ ਦੀ ਫੋਰਮ 'ਚ ਪ੍ਰੈਜ਼ੈਂਟ ਹੁੰਦੀ ਹੈ, ਲੂਪ ਬਣ ਜਾਂਦੀ ਹੈ, ਉਹਦੇ 'ਚੋਂ ਫਿਰ ਅਸੀਂ ਏਅਰ ਪਾਸ ਕਰਦੇ ਹਾਂ, ਏਅਰ ਦੇ ਬਬਲਸ ਬਣਦੇ ਨੇ, ਬਬਲਸ ਉੱਪਰ ਨੂੰ ਉੱਠਦੇ ਨੇ। ਜਦੋਂ ਬਬਲਸ ਉੱਪਰ ਨੂੰ ਉੱਠਦੇ, ਉਹੀ ਸਿਸਟਮ ਜਿਹੜਾ ਪ੍ਰੋਪਰ ਇਹਦੇ ਵਿੱਚ ਮਟੀਰੀਅਲ ਹੈ, ਮੀਡੀਅਮ ਹੈ, ਉਹ ਪ੍ਰੋਪਰਲੀ ਉਹਦੀ ਏਰੀਏਸ਼ਨ ਹੋ ਜਾਂਦੀ ਹੈ, ਮਿਕਸਿੰਗ ਹੋ ਜਾਂਦੀ ਹੈ, ਰਾਈਟ। ਸੋ ਉਹੀ ਏਅਰ ਬਬਲਸ ਜਿਹੜੇ ਨੇ ਉਹ ਉੱਪਰ ਮੂਵ ਕਰਕੇ ਪੂਰੇ ਪ੍ਰੋਸੈਸ ਨੂੰ ਆਕਸੀਜਨ ਦਿੰਦੇ ਨੇ ਜਾਂ ਏਰੀਏਸ਼ਨ ਦਿੰਦੇ ਨੇ, ਜਿਹਦੇ ਨਾਲ ਫਿਰ ਪੂਰਾ ਪ੍ਰੋਸੈਸ ਇਸ ਬਾਇਓ ਰਿਐਕਟਰ 'ਚ ਚੱਲਦਾ ਹੈ। ਸੋ ਦਿਸ ਇਜ਼ ਦ ਸਮॉल ਔਰ ਬੇਸਿਕ ਡਿਫਰੈਂਸ ਬਿਟਵੀਨ these two type of bio reactors, right। ਹੁਣ ਜਿਹੜਾ ਇਹਨਾਂ 'ਚ ਪ੍ਰੋਡਕਟ ਬਣ ਗਿਆ, ਫਿਰ ਫਰਦਰ ਅਸੀਂ ਉਸ ਪ੍ਰੋਡਕਟ ਦੀ ਡਾਊਨ ਸਟਰੀਮ ਪ੍ਰੋਸੈਸਿੰਗ ਕਰਨੀ ਆ, ਆਪਾਂ ਕਰਦੇ ਹਾਂ। ਪਹਿਲਾਂ ਇੱਕ ਬੇਸਿਕ ਜਿਹਾ ਇੱਕ ਬੜਾ ਸਿੰਪਲ ਜਿਹਾ ਕੁਐਸਚਨ ਹੈ ਇੱਥੇ ਕਿ ਜਿਹੜਾ ਅਸੀਂ ਪ੍ਰੋਸੈਸ ਹੁਣੇ ਬਾਇਓ ਰਿਐਕਟਰ 'ਚ ਚਲਾ ਰਹੇ ਹਾਂ, ਜੇ ਅਸੀਂ ਉਹਨੂੰ ਲੈਬ ਦੇ ਵਿੱਚ ਇੱਕ ਸਿੰਪਲ ਫਲਾਸਕ ਦੇ ਵਿੱਚ ਚਲਾਈਏ, ਤਾਂ ਵਾਟ ਇਜ਼ ਦ ਡਿਫਰੈਂਸ ਬਿਟਵੀਨ ਦ ਟੂ? ਮੀਨਸ ਇਹੀ ਵਾਲਾ ਪੂਰਾ ਪ੍ਰੋਸੈਸ ਜਿਹੜਾ ਅਸੀਂ ਕਰ ਰਹੇ ਹਾਂ, ਮੀਡੀਅਮ ਪਾਣਾ, ਇਨੋਕੂਲਮ ਪਾਣਾ, ਜੇ ਇਹੀ ਅਸੀਂ ਵੈਸਲ ਦੇ ਵਿੱਚ ਫਲਾਸਕ ਦੇ ਵਿੱਚ ਕਰੀਏ, ਤਾਂ ਦੋਨਾਂ 'ਚ ਕੀ ਡਿਫਰੈਂਸ ਹੋਏਗਾ? ਦੇਖੋ ਬੇਟਾ, ਜਦੋਂ ਤੁਸੀਂ ਇਹੀ ਪ੍ਰੋਸੈਸ ਨੂੰ ਫਲਾਸਕ ਵਿੱਚ ਕਰਦੇ ਹੋ, ਤਾਂ ਇਹ ਲੈਬੋਰੇਟਰੀ ਸਕੇਲ 'ਤੇ ਚੱਲਦਾ, ਮੀਨਸ ਸਮॉल ਸਕੇਲ 'ਤੇ ਚੱਲਦਾ। ਲੈਬੋਰੇਟਰੀ ਸਕੇਲ 'ਤੇ ਕੰਮ ਹੋਏਗਾ, ਟੈਸਟਿੰਗ ਹੈ, ਤਾਂ ਇਹ ਕੀ ਹੈ? ਇਹ ਸਕੇਲਡ ਅਪ ਕਮਰਸ਼ੀਅਲ ਪ੍ਰੋਸੈਸ ਹੈ, ਮੀਨਸ ਲਾਰਜ ਸਕੇਲ 'ਤੇ ਚੱਲਣ ਵਾਲਾ ਪ੍ਰੋਸੈਸ ਹੈ, ਠੀਕ ਹੈ ਜੀ। ਅਤੇ ਜਿਹੜਾ ਫਲਾਸਕ ਦੇ ਵਿੱਚ ਜੇ ਤੁਸੀਂ ਇਹੀ ਪ੍ਰੋਸੈਸ ਚਲਾਓਗੇ ਤਾਂ ਸਮॉल ਸਕੇਲ ਦਾ ਪ੍ਰੋਸੈਸ ਹੋਏਗਾ, ਠੀਕ ਹੈ। ਉਸ ਤੋਂ ਬਾਅਦ ਫਲਾਸਕ ਦੇ ਵਿੱਚ ਅਸੀਂ ਕੋਈ ਵੀ ਨੋ ਮੋਟਰ ਔਰ ਐਨੀ ਅਦਰ ਗੈਜਟ ਅਸੀਂ ਕੋਈ ਵੀ ਕਨੈਕਟ ਨਹੀਂ ਕਰਦੇ, ਜਦ ਕਿ ਜਦ ਹੁਣੇ ਅਸੀਂ ਪੜ੍ਹ ਕੇ ਆਏ ਹਾਂ ਬਾਇਓ ਰਿਐਕਟਰਸ ਦੇ ਕੇਸ ਦੇ ਵਿੱਚ ਜਿਹੜੇ ਅਸੀਂ ਗੈਜਟਸ, ਮੋਟਰਸ ਐਂਡ ਆਲ ਅਸੀਂ ਅਟੈਚਡ ਕੀਤੇ ਹੋਏ ਨੇ। ਸੋ ਗੈਜਟਸ ਕਿਉਂ ਅਟੈਚ ਕੀਤੇ ਜਾਂਦੇ ਨੇ? ਕਾਹਦੇ ਲਈ? ਫॉर ऑप्टिमम फंक्शनिंग।
ਸੋ ਦੈਟ ਗੈਜਟਸ ਅਸੀਂ ਤਾਂ ਐਡ ਕਰਦੇ ਹਾਂ ਫॉर ऑप्टिमम ਪ੍ਰੋਪਰ ਫੰਕਸ਼ਨਿੰਗ ਹੋ ਸਕੇ, ऑप्टिमम ਫੰਕਸ਼ਨਿੰਗ। ਜਿਵੇਂ ਕਿ ਮੈਂ ਕਹਿ ਸਕਦੀ ਹਾਂ ਟੈਂਪਰੇਚਰ ਕੰਟਰੋਲ ਕਰਨਾ, pH ਕੰਟਰੋਲ ਕਰਨਾ, ਠੀਕ ਹੈ ਜੀ, ਦੈਟ ਇਜ਼ ਮੋਰ ਇੰਪੋਰਟੈਂਟ, ਏਰੀਏਸ਼ਨ ਕਰਾਣੀ ਐਂਡ ਸੋ ਔਨ। ਲਾਸਟ ਹੈ ਸਾਡੇ ਕੋਲ ਇੱਥੇ ਏਰੀਏਸ਼ਨ ਇਨਐਡਿਕੁਏਟ ਹੁੰਦੀ, ਕੰਪਲੀਟ ਨਹੀਂ ਹੁੰਦੀ ਜੇ ਵੈਸਲ ਯੂਜ਼ ਕਰੀਏ ਤਾਂ ਇਨਐਡਿਕੁਏਟ ਏਰੀਏਸ਼ਨ ਐਂਡ ਮਿਕਸਿੰਗ। ਜਦ ਕਿ ਹੁਣੇ ਅਸੀਂ ਬਾਇਓ ਰਿਐਕਟਰ ਪੜ੍ਹ ਕੇ ਉਹਨਾਂ ਕੋਲ ਪ੍ਰੋਪਰ ਐਪਰੇਟਸ ਹੈ, ਪ੍ਰੋਪਰ ਉਹਨਾਂ 'ਚ ਸਟਰਕਚਰ ਨੇ ਜਿਹੜੇ ਬੈਟਰ ਏਰੀਏਸ਼ਨ ਅਤੇ ਮਿਕਸਿੰਗ ਕਰਵਾਉਂਦੇ ਆ। ਕੀ ਕਰਵਾਉਂਦੇ ਨੇ? ਬੈਟਰ ਏਰੀਏਸ਼ਨ ਐਂਡ ਮਿਕਸਿੰਗ। ਸੋ ਇਹ ਨੇ ਟਾਈਪ ਆਫ ਬਾਇਓ ਰਿਐਕਟਰਸ, ਠੀਕ ਹੈ ਜੀ। ਹੁਣ ਇਸ ਬਾਇਓ ਰਿਐਕਟਰ 'ਚ ਜਿਹੜਾ ਅੰਦਰ ਪ੍ਰੋਸੈਸ ਚੱਲ ਰਿਹਾ ਸੀ ਉਹਨੂੰ ਫਰਮੈਂਟੇਸ਼ਨ ਪ੍ਰੋਸੈਸ ਕਹਿੰਦੇ ਆ, ਜਿਹਦੇ ਵਿੱਚ ਮਾਈਕਰੋ ਆਰਗੈਨਿਜ਼ਮ ਰॉ ਮਟੀਰੀਅਲ 'ਤੇ ਐਕਟ ਕਰਦੇ ਨੇ ਅਤੇ ਪ੍ਰੋਡਕਟ ਬਣਾ ਦਿੰਦੇ ਨੇ, ਠੀਕ ਹੈ। ਇੰਪੋਰਟੈਂਟ ਗੱਲ ਇਹ ਆ ਕਿ ਅਸੀਂ ਸਮ ਟਾਈਮਸ, ਜਿਵੇਂ ਮੈਂ ਤੁਹਾਨੂੰ ਕਿਹਾ ਨਾ ਆਪਾਂ ਸਟੀਮ ਐਡ ਕੀਤੀ ਬਾਇਓ ਰਿਐਕਟਰ ਦੇ ਵਿੱਚ ਫॉर ਸਟੈਰੀਲਾਈਜੇਸ਼ਨ, ਸਮਟਾਈਮਸ ਐਂਟੀਬਾਇਓਟਿਕਸ ਵੀ ਐਡ ਕੀਤੇ ਜਾਂਦੇ ਨੇ ਸੋ ਦੈਟ ਅਨਵਾਂਟਿਡ ਅਨਡਿਜ਼ਾਇਰੇਬਲ ਬੈਕਟੀਰੀਆ ਇਸ ਰਿਐਕਟਰ ਦੇ ਅੰਦਰ ਗਰੋ ਨਾ ਕਰੇ, ਠੀਕ ਹੈ। ਹੁਣ ਬੇਟਾ ਜਿਹੜਾ ਇਸ ਬਾਇਓ ਰਿਐਕਟਰ ਦੇ ਅੰਦਰ ਪ੍ਰੋਸੈਸ ਚੱਲ ਰਿਹਾ ਫਰਮੈਂਟੇਸ਼ਨ ਦਾ, ਉਹ 3 ਟਾਈਪਸ ਹੁੰਦੇ ਨੇ ਉਹਦੇ, ਬੈਚ, ਫੈਡ ਬੈਚ ਅਤੇ ਕੰਟੀਨਿਊਅਸ। 3 ਟਾਈਪਸ ਆਫ ਫਰਮੈਂਟੇਸ਼ਨ ਪ੍ਰੋਸੈਸਿਸ ਇਸ ਬਾਇਓ ਰਿਐਕਟਰ ਦੇ ਅੰਦਰ ਚੱਲ ਸਕਦੇ ਨੇ। ਫਿਰ ਆਪਾਂ ਐਟ ਦਾ ਐਂਡ ਡਾਊਨ ਸਟਰੀਮਿੰਗ ਪ੍ਰੋਸੈਸਿੰਗ 'ਤੇ ਆ ਜਾਵਾਂਗੇ। ਬੜਾ ਸਿੰਪਲ ਜਿਹਾ ਕੰਮ ਹੈ ਬੇਟਾ। ਬੈਚ, ਫੈਡ ਬੈਚ ਅਤੇ ਕੰਟੀਨਿਊਅਸ ਪ੍ਰੋਸੈਸ ਕਿਉਂ ਅਲੱਗ-ਅਲੱਗ ਨੇ? ਹੈ ਤਾਂ ਫਰਮੈਂਟੇਸ਼ਨ ਹੀ ਅੰਦਰ ਰॉ ਮਟੀਰੀਅਲ ਤੋਂ ਪ੍ਰੋਡਕਟ ਹੀ ਬਣਨੇ, ਬਟ ਹੁੰਦਾ ਕੀ, ਧਿਆਨ ਨਾਲ ਸੁਣੋ। ਬੈਚ ਫਰਮੈਂਟੇਸ਼ਨ ਪ੍ਰੋਸੈਸ, ਉਹਦੇ 'ਚ ਕੀ ਹੈ, ਇੱਕ ਵਾਰੀ ਤੁਸੀਂ ਇਹਦੇ ਵਿੱਚ ਕੰਮ ਸਟਾਰਟ ਕਰਨਾ, ਨਿਊਟਰੀਐਂਟ ਪਾਤਾ, ਮੀਡੀਅਮ ਪਾਤਾ, ਇਨੋਕੂਲਮ ਪਾਤਾ, ਸਾਰਾ ਕੁਝ ਸੈਟਅਪ ਕੀਤਾ, ਚਲਾ ਲਿਆ। ਸਿਰਫ ਵਾਂਸ ਯੂ ਹੈਵ ਐਡਡ ਦ ਸਟਾਰਟਿੰਗ ਦੇ ਵਿੱਚ ਤੁਸੀਂ ਮੀਡੀਅਮ 'ਤੇ ਸਭ ਕੁਝ ਐਡ ਕੀਤਾ, ਜਦੋਂ ਪ੍ਰੋਸੈਸ ਖਤਮ ਹੋ ਜਾਏਗਾ ਐਟ ਦ ਐਂਡ ਤੁਸੀਂ ਪ੍ਰੋਡਕਟਸ ਨੂੰ ਬਾਹਰ ਨਿਕਾਲ ਲਓਗੇ। ਇਹਨੂੰ ਬੈਚ ਕਹਿੰਦੇ ਨੇ, ਬੈਚ ਫਰਮੈਂਟੇਸ਼ਨ ਪ੍ਰੋਸੈਸ। ਫੈਡ ਬੈਚ ਵਿੱਚ ਬੇਟਾ ਕੀ ਹੁੰਦਾ? ਫੈਡ ਬੈਚ ਦੇ ਕੇਸ ਦੇ ਵਿੱਚ ਅਸੀਂ ਮੀਡੀਅਮ ਜਿਹੜਾ ਹੈ ਉਹ ਡਿਊਰਿੰਗ ਦਾ ਪ੍ਰੋਸੈਸ ਵੀ ਐਡ ਕਰ ਸਕਦੇ, ਵੀ ਸ਼ੁਰੂ 'ਚ ਵੀ ਕਰਤਾ ਅਤੇ ਜੇ ਵਿੱਚ ਵੀ ਥੋੜ੍ਹੇ ਸਮੇਂ ਬਾਅਦ ਮੀਡੀਅਮ ਅਸੀਂ ਐਡ ਕਰ ਸਕਦੇ, ਪਰ ਪ੍ਰੋਡਕਟ ਅਸੀਂ ਐਟ ਦਾ ਐਂਡ ਹੀ ਨਿਕਾਲਾਂਗੇ। ਕੰਟੀਨਿਊਅਸ ਦੇ ਵਿੱਚ ਕੀ ਹੈ? ਮੀਡੀਅਮ ਵੀ ਤੁਸੀਂ ਲਗਾਤਾਰ ਐਡ ਕਰ ਰਹੇ ਹੋ ਅਤੇ ਪ੍ਰੋਡਕਟ ਵੀ ਨਾਲ ਕੱਢੀ ਜਾ ਰਹੇ ਹੋ। ਸੋ ਇਹ ਜਿਹੜਾ ਕੰਟੀਨਿਊਅਸ ਪ੍ਰੋਸੈਸ ਹੈ ਚੱਲੀ ਜਾਏਗਾ ਕਿਉਂ? ਜਦ ਤੱਕ ਤੁਸੀਂ ਮੀਡੀਅਮ ਐਡ ਕਰਦੇ ਜਾਓਗੇ ਤਦ ਤੱਕ ਪ੍ਰੋਡਕਟ ਬਣਦੇ ਜਾਣਗੇ ਅਤੇ ਤੁਸੀਂ ਪ੍ਰੋਡਕਟ ਨੂੰ ਰਿਮੂਵ ਕਰਾਉਂਦੇ ਜਾਓਗੇ। ਸੋ ਇਸ ਤਰੀਕੇ ਨਾਲ ਬੇਟਾ 3 ਟਾਈਪਸ ਆਫ ਫਰਮੈਂਟੇਸ਼ਨ ਪ੍ਰੋਸੈਸ, ਬੈਚ, ਫੈਡ ਬੈਚ ਅਤੇ ਕੰਟੀਨਿਊਅਸ ਇਸ ਬਾਇਓ ਰਿਐਕਟਰਸ ਦੇ ਵਿੱਚ ਚੱਲ ਸਕਦੇ ਨੇ। ਸੋ ਲਾਸਟ ਇਜ਼ ਡਾਊਨ ਸਟਰੀਮਿੰਗ ਪ੍ਰੋਸੈਸ। ਹੁਣ ਜਦੋਂ ਉਸ ਬਾਇਓ ਰਿਐਕਟਰ ਦੇ ਵਿੱਚ ਬੇਟਾ ਪ੍ਰੋਡਕਟਸ ਫਾਰਮ ਹੋ ਗਏ, ਹੁਣ ਅਸੀਂ ਉਹਨਾਂ ਪ੍ਰੋਡਕਟਸ ਨੂੰ ਨਿਕਾਲਣਾ ਹੈ ਬਾਇਓ ਰਿਐਕਟਰ ਦੇ ਵਿੱਚੋਂ, ਅਸੀਂ ਉਹਨੂੰ ਸੈਪਰੇਟ ਕਰਨਾ ਹੈ। ਸੋ ਸਭ ਤੋਂ ਪਹਿਲਾਂ ਅਸੀਂ ਬਾਇਓ ਰਿਐਕਟਰ 'ਚੋਂ ਪ੍ਰੋਡਕਟ ਨੂੰ ਕੀ ਕਰਾਂਗੇ? ਸੈਪਰੇਟ ਨਿਕਾਲਾਂਗੇ। ਦੈਨ ਵੀ ਵਿਲ ਪਿਊਰੀਫਾਈ ਦੈਟ ਪ੍ਰੋਡਕਟ। ਸੋ ਇਹ ਪੂਰੇ ਸਟੈਪ ਨੂੰ ਡਾਊਨ ਸਟਰੀਮ ਪ੍ਰੋਸੈਸਿੰਗ ਕਹਿੰਦੇ ਆ। ਪ੍ਰੋਡਕਟ ਸੈਪਰੇਟ ਕਰਨਾ ਅਤੇ ਉਹਨੂੰ ਪਿਊਰੀਫਾਈ ਕਰਨਾ, ਔਰ ਐਟ ਦਾ ਐਂਡ ਉਹਨੂੰ ਕਮਰਸ਼ੀਅਲਾਈਜ਼ ਕਰਨ ਲਈ ਪੈਕੇਜਿੰਗ ਕਰਨੀ। ਸੈਪਰੇਟ ਕਰ ਲਿਆ, ਪਿਓਰ ਕਰ ਲਿਆ, ਫਿਰ ਅਸੀਂ ਉਹਨੂੰ ਮਾਰਕੀਟਿੰਗ ਕਰਨ ਦੇ ਲਈ ਜਾਂ ਪੈਕੇਜਿੰਗ ਕਰਕੇ ਉਹਨੂੰ ਮਾਰਕੀਟਿੰਗ ਕਰਨ ਲਈ ਤਿਆਰ ਕਰ ਦਿੱਤਾ। ਦਿਸ ਹੋਲ ਪ੍ਰੋਸੈਸ ਇਜ਼ ਡਾਊਨ ਸਟਰੀਮ ਪ੍ਰੋਸੈਸ। ਹਾਂ, ਜੇ ਬੇਟਾ ਆਪਾਂ ਡਰੱਗਸ ਮੈਡੀਸਿਨ ਵਗੈਰਾ ਬਣਾਉਂਦੇ ਹਾਂ, ਫਿਰ ਉਹਦੀ ਕੁਆਲਿਟੀ ਕੰਟਰੋਲ ਟੈਸਟਿੰਗ ਵੀ ਹੁੰਦੀ, ਪ੍ਰੋਪਰ ਉਹਦੇ ਟਰਾਇਲਸ ਹੁੰਦੇ ਨੇ, ਐਨੀਮਲ 'ਤੇ ਟਰਾਇਲ ਲਏ ਜਾਂਦੇ ਨੇ, ਜਿਵੇਂ ਵੈਕਸੀਨੇਸ਼ਨ ਦੀ ਮੈਂ ਜੇ ਗੱਲ ਕਰਾਂ ਅਤੇ ਹਿਊਮਨ 'ਤੇ ਟਰਾਇਲਸ ਲਏ ਜਾਂਦੇ ਨੇ। ਸੋ ਇਹ ਸਭ ਚੀਜ਼ਾਂ ਨੂੰ ਚੈੱਕ ਕਰਕੇ ਦੈਨ ਉਹਨੂੰ ਮਾਰਕੀਟ ਦੇ ਵਿੱਚ ਲੈ ਕੇ ਆਉਂਦਾ ਜਾਂਦਾ ਹੈ। ਸੋ ਡਾਊਨ ਸਟਰੀਮਿੰਗ ਕੀ ਹੈ? ਜੋ ਪ੍ਰੋਡਕਟ ਬਣਿਆ, ਜਿਵੇਂ ਅਸੀਂ ਇਨਸੂਲਿਨ ਬਣਾਈ ਸਪੋਜ਼, ਸੋ ਉਹਨੂੰ ਸੈਪਰੇਟ ਕਰਨਾ। ਸੈਪਰੇਟ ਕਿਹਦੇ ਤੋਂ ਕਰਨਾ? ਕਿਉਂਕਿ ਜਦੋਂ ਸਾਡੇ ਕੋਲ ਇਸ ਬਾਇਓ ਰਿਐਕਟਰ ਦੇ ਵਿੱਚ ਕੰਮ ਚੱਲਿਆ ਅਤੇ ਜਦੋਂ ਅਸੀਂ ਪ੍ਰੋਡਕਟ ਬਣ ਗਏ, ਅਸੀਂ ਬਾਹਰ ਨਿਕਾਲੇ, ਤਾਂ ਪ੍ਰੋਡਕਟ ਵੀ ਉਹਦੇ ਵਿੱਚ ਜਿਹੜਾ ਤੁਸੀਂ ਇਹਦੇ ਵਿੱਚ ਆਪਣਾ ਪ੍ਰੋਡਕਟ ਤਾਂ ਹੈ ਹੀ ਹੈ, ਪ੍ਰੋਡਕਟ ਦੇ ਨਾਲ ਤੁਸੀਂ ਕੁਛ ਬਚਿਆ ਹੋਇਆ ਮੀਡੀਅਮ ਜਿਹੜਾ ਯੂਜ਼ ਅਪ ਨਹੀਂ ਹੋਇਆ ਉਹ ਵੀ ਹੈ, ਮਿਕਸ ਹੋਇਆ, ਪਲੱਸ ਜਿਹੜਾ ਤੁਸੀਂ ਇਨੋਕੂਲਮ ਪਾਇਆ ਸੀ ਸਕੈਰੇਸ਼ੀਆ ਕੋਲਾਈ ਵਗੈਰਾ ਉਹ ਵੀ ਹੈ। ਸੋ ਸਾਨੂੰ ਇਕੱਲਾ ਪ੍ਰੋਡਕਟ ਚਾਹੀਦਾ। ਸੋ ਵੀ ਹੈਵ ਟੂ ਸੈਪਰੇਟ ਦੈਟ ਪ੍ਰੋਡਕਟ ਫਰੋਮ ਦ ਅਦਰ 2 ਥਿੰਗਸ। ਮੀਡੀਅਮ ਹੈ, ਈ ਕੋਲਾਈ ਵਗੈਰਾ, ਉਹਨਾਂ ਤੋਂ ਸੈਪਰੇਟ ਕਰੋ, ਦੈਨ ਉਹਨੂੰ ਪਿਓਰ ਕਰ ਲਓ। ਪਿਓਰ ਕਰਨ ਤੋਂ ਬਾਅਦ ਫਿਰ ਅਸੀਂ ਉਹਨੂੰ ਕਮਰਸ਼ੀਅਲਾਈਜ਼ ਕਰ ਸਕਦੇ ਹਾਂ ਪੈਕੇਜ ਕਰਕੇ। ਸੋ ਇਹ ਸਭ ਇਹ ਸਾਰਾ ਕੰਪਲੀਟ ਪ੍ਰੋਸੈਸ ਕਿਹਦੇ ਵਿੱਚ ਆਉਂਦਾ ਹੈ? ਡਾਊਨ ਸਟਰੀਮ ਪ੍ਰੋਸੈਸਿੰਗ। ਸੋ ਬੇਟਾ ਦਿਸ ਇਜ਼ ਆਲ ਅਬਾਊਟ
bioreactors and downstream processing. And here the chapter of principles and processes of biotechnology is completed, and then ਅਸੀਂ ਆਪਣਾ ਸੈਕੰਡ ਚੈਪਟਰ ਸਟਾਰਟ ਕਰਾਂਗੇ ਜਿਹਦੇ ਵਿੱਚ ਬਾਇਓਟੈਕਨੋਲੋਜੀ ਦੀਆਂ ਜਸਟ ਐਪਲੀਕੇਸ਼ਨਸ ਨੇ। ਬੇਸਿਕਸ ਵੀ ਹੈਵ ਡਿਸਕਸਡ ਇਨ ਦਿਸ ਯੂਨਿਟ, ਇਨ ਦਿਸ ਚੈਪਟਰ, ਐਮ ਸੌਰੀ, ਐਂਡ ਨੈਕਸਟ ਚੈਪਟਰ ਦੇ ਵਿੱਚ ਫਿਰ ਅਸੀਂ ਉਹਦੀਆਂ ਐਪਲੀਕੇਸ਼ਨਸ ਨੂੰ ਡਿਸਕਸ ਕਰਾਂਗੇ, ਰਾਈਟ।